सत श्री अकाल दोस्तों, मैं हाँ भुपिंदर ते तुसी देख रहे हो जस पंजाबी। स्वागत करते हैं तुहाडा सारिਆਂ ਦਾ ਅੱਜ ਦੇ ਇਸ ਸ਼ੋਅ ਦੇ ਵਿੱਚ। ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਦ ਇੱਕ ਦੂਜੇ ਕੰਟਰੀ ਵਿੱਚ ਅਸੀਂ ਆਉਂਦੇ ਹਾਂ, ਜਦ ਇੱਕ ਦੂਸਰੇ ਦੇਸ਼ ਵਿੱਚ ਅਸੀਂ ਆਉਂਦੇ ਹਾਂ, ਉੱਥੇ ਦੇ ਲਾਜ਼ ਜਿਹੜੇ ਨੇ, ਉੱਥੇ ਕੀ ਹੁੰਦਾ ਹੈ, ਕਿਸ ਤਰੀਕੇ ਦੀ ਕਾਨੂੰਨੀ ਕਾਰਵਾਈ ਹੁੰਦੀ ਹੈ, ਉੱਥੇ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦਾ। ਮਗਰ ਅਸੀਂ ਇੱਥੇ ਆ ਜਾਂਦੇ ਹਾਂ US ਦੇ ਵਿੱਚ, ਅਸੀਂ ਵੇਖਦੇ ਹਾਂ ਕਿ ਕਈ ਸਾਰੇ ਸਾਡੇ ਭੈਣ ਭਰਾ ਜਿਹੜੇ ਨੇ, ਸਾਡੀ ਕਮਿਊਨਿਟੀ ਦੇ ਕਈ ਸਾਰੇ ਮੈਂਬਰਸ ਜਿਹੜੇ ਨੇ, ਉਹ ਇੱਥੇ ਬਿਨਾਂ ਪੇਪਰਾਂ ਤੋਂ ਰਹਿ ਰਹੇ ਨੇ, ਉਹਨਾਂ ਦੇ ਕੋਲ ਲੀਗਲ ਸਟੇਟਸ ਨਹੀਂ ਹੈਗਾ। ਅਤੇ ਹੁਣ ਕਈ ਵਾਰੀ ਇਹ ਬੜੀ ਪਰੇਸ਼ਾਨੀ ਹੋ ਜਾਂਦੀ ਹੈ ਕਿ ਹੁਣ ਕੀ ਕੀਤਾ ਜਾਵੇ। ਅਤੇ ਜੇ ਤੁਹਾਡੇ ਕੋਲ ਇੱਕ ਲੀਗਲ ਸਟੇਟਸ ਨਹੀਂ ਹੈਗਾ, ਇੱਕ ਸਟੈਬਿਲਿਟੀ ਨਹੀਂ ਹੈਗੀ, ਇੱਕ ਡੈਫੀਨਿਟ ਸਟੇਟਸ ਨਹੀਂ ਹੈਗਾ, ਅਤੇ ਉਸ ਤੋਂ ਬਾਅਦ ਇੱਕ ਪਰੇਸ਼ਾਨੀ ਹੋਰ, ਅਤੇ ਨਾਲ ਦੇ ਨਾਲ ਇੱਕ ਡਰ ਬਣਿਆ ਰਹਿੰਦਾ ਹੈ ਕਿ ਜੇ ਕਿਤੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਫਿਰ, ਜਾਂ ਫਿਰ ਜੇ ਅਸੀਂ ਫੜੇ ਗਏ, ਜਾਂ ਫਿਰ ਜੇ ਸਾਨੂੰ ਡਿਪੋਰਟ ਕਰ ਦਿੱਤਾ ਗਿਆ, ਫਿਰ ਅਸੀਂ ਕੀ ਕਰਾਂਗੇ। ਮਗਰ ਇਸ ਟਾਈਮ 'ਤੇ ਤੁਹਾਨੂੰ ਚਾਹੀਦਾ ਹੈ ਇੱਕ ਇੱਦਾਂ ਦਾ ਕਾਬਿਲ ਵਕੀਲ ਜੋ ਕਿ ਤੁਹਾਡਾ ਕੇਸ ਹੈਂਡਲ ਕਰ ਸਕੇ, ਨਾਲ ਦੇ ਨਾਲ ਸਾਨੂੰ ਦੱਸ ਸਕੇ ਕਿ ਕੀ ਹੋਣਾ ਚਾਹੀਦਾ ਤੁਹਾਡਾ ਰਸਤਾ। ਜੇ ਹਲੇ ਕੋਈ ਤਕਲੀਫ ਨਹੀਂ ਹੈਗੀ, ਫਿਰ ਵੀ ਕੀ ਤੁਸੀਂ ਕਰ ਸਕਦੇ ਹੋ ਕਿ ਫਿਊਚਰ ਵਿੱਚ ਵੀ ਇੱਦਾਂ ਦੀ ਕੋਈ ਤਕਲੀਫ ਨਾ ਆਏ। ਇਸ ਕਰਕੇ ਸਾਡੇ ਸਟੂਡੀਓ ਵਿੱਚ ਨੇ the attorneys from Bretz Coven LLP, Kerry Bretz and Eileen Bretz once again, and we'll be talking to them. Welcome to the show. Good evening, Bhupinder. How are you? I am great, and I just love it when you say my name. And thanks a lot for coming. Our pleasure. As I was just saying that when we come to this country, there are so many ways that we can face the problem with the immigration department. There are so many laws that we don't know about. So I'll start with H-1B. When employers, they file for their employees. What if somebody have an H-1B and employer terminates that person? What option does that person have? Well, that's a very good question, because on an H-1B, it's a non-immigrant visa to work for that employer only. And when that employer discharges you, the employer is responsible for notifying Citizenship and Immigration Services that you're no longer an employee and providing you with airfare home. If they don't do both of those things, you're still legally in an H-1B status. But they can do that a day after they fire you, a month after they fire you, so you don't know. Your time is limited and you need to figure out what your next step would be. So if you're on a valid H, if you find another employer with the same job, you can get a transfer to a new employer. You just have to file it before you're officially out of H-1B status. Okay. ਤੇ ਮੈਂ ਇਹਨਾਂ ਨੂੰ ਇਹ ਪੁੱਛਿਆ ਕਿ ਜੇ ਤੁਹਾਡੇ ਇੰਪਲਾਇਰ ਨੇ ਤੁਹਾਡੇ ਲਈ H-1B ਫਾਈਲ ਕੀਤਾ ਹੈ ਅਤੇ ਤੁਹਾਨੂੰ ਉਹ ਕੰਮ ਤੋਂ ਕੱਢ ਦਿੰਦੇ ਨੇ, ਅਤੇ ਤੁਹਾਡੇ ਕੋਲ ਕੀ ਆਪਸ਼ਨਸ ਰਹਿ ਜਾਂਦੀਆਂ ਨੇ। ਅਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਜਦ ਤੱਕ ਕਿ ਉਹ ਤੁਹਾਨੂੰ ਤੁਹਾਡੀ ਪੇ ਦੇ ਨਾਲ ਤੁਹਾਨੂੰ ਇੱਕ ਰਿਟਰਨ ਟਿਕਟ ਨਹੀਂ ਦਿੰਦੇ, ਤੁਹਾਨੂੰ ਵਾਪਸ ਤੁਹਾਡੇ ਦੇਸ਼ ਜਾਣ ਦੇ ਲਈ ਤੁਹਾਡਾ ਏਅਰਫੇਅਰ ਨਹੀਂ ਦਿੰਦੇ, ਤਦ ਤੱਕ ਤੁਸੀਂ ਇੱਥੇ ਲੀਗਲ ਸਟੇਟਸ ਦੇ ਵਿੱਚ ਹੋ। ਮਗਰ ਜੇ ਉਹ ਕਰ ਦਿੰਦੇ ਨੇ ਅਤੇ ਤੁਹਾਡੇ ਕੋਲ ਇੱਕ ਬਹੁਤ ਹੀ ਲਿਮਿਟਡ ਜਿਹਾ ਟਾਈਮ ਹੈ, ਅਤੇ ਇਹ ਵੀ ਹੋ ਸਕਦਾ ਕਿ ਉਹ ਸਾਰਾ ਕੁਝ ਤੁਹਾਨੂੰ ਅਗਲੇ ਦਿਨ ਦੇ ਦੇਣ, ਇਹ ਵੀ ਹੋ ਸਕਦਾ ਕਿ ਤੁਹਾਨੂੰ ਅਗਲੇ ਮਹੀਨੇ ਦੇ ਦੇਣ, ਅਤੇ ਜਦ ਤੱਕ ਤੁਹਾਨੂੰ ਨਹੀਂ ਦਿੰਦੇ ਤਦ ਤੱਕ ਤੁਸੀਂ ਇਸ ਕੰਟਰੀ ਵਿੱਚ ਲੀਗਲੀ ਰਹਿ ਸਕਦੇ ਹੋ। ਮਗਰ ਜੇ ਤੁਹਾਡੇ ਕੋਲ ਜਿਹੜਾ ਲਿਮਿਟਡ ਜਿਹਾ ਟਾਈਮ ਹੈ, ਤੁਹਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਕਿ ਉਸ ਟਾਈਮ ਦੇ ਵਿੱਚ ਤੁਸੀਂ ਕੋਈ ਇੱਦਾਂ ਦਾ ਇੰਪਲੋਇਰ ਲੱਭੋ ਜੋ ਕਿ ਤੁਹਾਨੂੰ ਸੇਮ ਜੌਬ 'ਤੇ ਰੱਖ ਸਕੇ ਅਤੇ ਉਹ ਤੁਹਾਡੇ ਲਈ ਫਾਈਲ ਕਰ ਸਕੇ, ਤਾਂ ਤੁਸੀਂ ਇੱਥੇ ਸਿਕਿਉਰਲੀ ਰਹਿ ਸਕਦੇ ਹੋ। ਇਸ ਸ਼ੋਅ ਦੇ ਥਰੂ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਫੋਨ ਨੰਬਰ ਹੈ 7187865222। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਵੀ ਸਵਾਲ ਤੁਸੀਂ ਪੁੱਛੋਗੇ ਉਹਨਾਂ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਮੈਂ ਜ਼ਰੂਰ ਦੱਸਾਂਗੀ, ਉਹਨਾਂ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਕੇ ਮੈਂ ਜ਼ਰੂਰ ਦੱਸਾਂਗੀ, ਅਤੇ ਉਹਨਾਂ ਦੇ ਜਿਹੜੇ ਜਵਾਬ ਨੇ ਉਹ ਤੁਹਾਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਵੀ ਦੱਸਾਂਗੀ, ਅਤੇ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਜਸਟਿਸ ਕਰ ਸਕਾਂ। ਅਤੇ ਤੁਸੀਂ ਜ਼ਰੂਰ ਆਪਣੇ ਸਵਾਲ ਪੁੱਛ ਸਕਦੇ ਹੋ। ਜੇ ਵੀ ਤੁਹਾਡੀ ਕੰਪਲੀਕੇਟਡ ਜਿਹੜੇ ਸਵਾਲ ਨੇ, ਜਿਨ੍ਹਾਂ ਦੇ ਜਵਾਬ ਤੁਹਾਨੂੰ ਆਸਾਨੀ ਨਾਲ ਨਹੀਂ ਮਿਲ ਰਹੇ, ਕੋਈ ਇੱਦਾਂ ਦੀ ਇਮੀਗ੍ਰੇਸ਼ਨ ਪ੍ਰੋਬਲਮ ਹੈ ਤੁਹਾਡੀ ਜੋ ਕਿ ਤੁਹਾਨੂੰ ਲੱਗਦਾ ਕਿ ਬੜੀ ਕੰਪਲੀਕੇਟਡ ਹੈ, ਅਤੇ ਤੁਸੀਂ ਬੜੀ ਕੋਸ਼ਿਸ਼ ਕਰ ਰਹੇ ਹੋ ਉਹ ਤੋਂ ਬਾਹਰ ਨਿਕਲਣ ਦੀ, ਤੁਸੀਂ ਇਸ ਸ਼ੋਅ ਦੇ ਵਿੱਚ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ। ਬ੍ਰੈਟਸ ਕੋਵਨ LLP ਦੇ ਅਟਰਨੀ ਸਾਡੇ ਨਾਲ ਨੇ ਜੋ ਕਿ ਹੈਂਡਲ ਕਰਦੇ ਨੇ complicated immigration cases. So with that I'll take our first call. Hello. ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਮੈਂ ਕਨੈਟੀਕਟ ਤੋਂ ਬੋਲਦੀ ਪਈ। ਸਾਡਾ ਲੜਕਾ ਨਾ ਇੱਕ ਬਾਰਡਰ ਕ੍ਰਾਸ ਕਰਕੇ ਆਇਆ, ਉਹਨੂੰ 1 ਸਾਲ ਦੀ ਉਹਨੂੰ ਪਰਮਿਸ਼ਨ ਮਿਲੀ ਹੈਗੀ ਇੱਥੇ, ਤਾਂ ਉਹ ਅੱਗੋਂ ਕੀ ਕਰ ਸਕਦਾ ਆ? ਜੀ ਕਿੰਨੇ ਸਾਲ ਦਾ ਹੈ? ਉਹ 27 ਸਾਲ ਦਾ ਆ। 27 ਸਾਲ ਦਾ। So she is saying that one of the boys has come crossing the border
and he got 1 year's permission. He's 27 years old. What are his options? 1 year permission, sounds like he probably filed an asylum application. It sounds like he got caught when he came in. So he might have a removal process going on where he filed for asylum. And during that process, you can apply for a work authorization. Chances are if he crossed the border in Texas or somewhere in Canada and then came to New York, he got the case transferred to New York. But at 27 years old, his option is probably just asylum. The good news is that the courts are so backed up, especially in New York and New Jersey, that he's probably going to keep that work authorization, win or lose, for a couple of years at a minimum. Okay. ਤੇ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਦੀ ਉਮਰ 27 ਸਾਲ ਦੀ ਹੋ ਗਈ ਹੈ ਤਾਂ ਮੇਰੇ ਇਹਨਾਂ ਦੇ ਖਿਆਲ ਨਾਲ ਉਹਨਾਂ ਦੇ ਕੋਲ ਇੱਕ ਹੀ ਆਪਸ਼ਨ ਰਹਿ ਜਾਂਦੀ ਹੈ ਕਿ ਉਹ ਅਸਾਈਲਮ ਦੇ ਲਈ ਫਾਈਲ ਕਰਨ ਤੇ ਉਹਦੇ ਉੱਤੇ ਹੀ ਕੰਮ ਕਰਨ ਤੇ ਨਾਲ ਦੇ ਨਾਲ ਕਿਉਂਕਿ ਅਸਾਈਲਮ ਦੇ ਕੇਸਿਸ ਜਿਹੜੇ ਨੇ ਉਹਨਾਂ ਦੀ ਡਿਊਰੇਸ਼ਨ ਬਹੁਤ ਜ਼ਿਆਦਾ ਹੈ ਤੇ ਉਹਨਾਂ ਦੇ ਕੋਲ ਵਰਕ ਆਥੋਰਾਈਜੇਸ਼ਨ ਤਾਂ ਰਹੇਗੀ ਤੇ ਖੁਸ਼ਖਬਰੀ ਇਹੀ ਹੈ ਕਿ ਟਾਈਮ ਥੋੜਾ ਜ਼ਿਆਦਾ ਲੱਗੇਗਾ ਮਗਰ ਉਹ ਇੱਥੇ ਰਹਿ ਸਕਦੇ ਨੇ ਕਾਫੀ ਸਾਲਾਂ ਤੱਕ ਤੇ ਉਹਨਾਂ ਨੂੰ ਹਲੇ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਮਗਰ ਉਹਨਾਂ ਦੇ ਕੋਲ ਆਪਸ਼ਨ ਜਿਹੜੀ ਉਹ ਅਸਾਈਲਮ ਦੀ ਹੀ ਬਚਦੀ ਹੈ ਤੇ ਉਹਨਾਂ ਨੂੰ ਇੱਕ ਵਧੀਆ ਵਕੀਲ ਨੂੰ ਕੰਟੈਕਟ ਕਰਕੇ ਉਹਦੇ ਨਾਲ ਡਿਸਕਸ ਕਰਨਾ ਚਾਹੀਦਾ ਕਿ ਕਿਸ ਤਰੀਕੇ ਨਾਲ ਉਹ ਆਪਣਾ ਕੇਸ ਪ੍ਰੋਸੀਡ ਕਰ ਸਕਦੇ ਨੇ ਤੇ ਕੀ ਅਪਲਾਈ ਕਰ ਸਕਦੇ ਨੇ ਥੈਂਕ ਯੂ ਸੋ ਮਚ ਫॉर ਕਾਲਿੰਗ ਤੇ ਇਹ ਕਰਦੇ ਨੇ ਇਹ ਕੇਸ ਬਿਲਕੁਲ ਜੀ ਇਹ ਕੇਸ ਹੈਂਡਲ ਕਰਦੇ ਨੇ ਨਾਲ ਦੇ ਨਾਲ ਇਹਨਾਂ ਦੇ ਆਫਿਸ ਵਿੱਚ ਪੰਜਾਬੀ ਬੋਲਣ ਵਾਲੇ ਵਕੀਲ ਵੀ ਹੈਗੇ ਨੇ ਤੇ ਇਹ ਸਾਰੇ ਮਿਲ ਕੇ ਤੁਹਾਡਾ ਕੇਸ ਹੈਂਡਲ ਕਰ ਸਕਦੇ ਨੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ Okay, thank you. Thank you so much for calling. Hello? Hello? ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਤੇ ਕੀ ਸਵਾਲ ਹੈ ਤੁਹਾਡਾ ਮੈਂ ਜੀ ਰਿਚਮੰਡ ਤੋਂ ਬੋਲ ਰਿਹਾ ਕੁਈਨਸ ਤੋਂ ਨਿਊਯਾਰਕ ਤੋਂ ਹਾਂਜੀ ਸਵਾਲ ਪੁੱਛੋ ਜੀ ਹਾਂਜੀ ਤੇ ਮੈਂ 94 ਵਿੱਚ ਕ੍ਰਿਟੀਕਲ ਕੀਤੀ ਸੀ ਜੀ ਜੀ ਤੇ ਉਹ ਮੇਰਾ ਕੇਸ ਮਤਲਬ ਖਤਮ ਹੋ ਗਿਆ ਹੈ ਅੱਛਾ ਜੀ ਖਤਮ ਮਤਲਬ ਕਿ ਉਹਨਾਂ ਨੇ ਡਿਨਾਈ ਕਰ ਦਿੱਤਾ ਹੈ ਹਾਂਜੀ ਉਹਨੇ ਕੇਸ ਡਿਨਾਈ ਕਰਤਾ ਸੀ ਅੱਛਾ ਤੇ ਜੀ। ਮੈਂ ਅਪੀਲ ਮਿਊਨਿਸਪਲ ਆਈ ਉੱਥੋਂ ਮੂਵ ਹੋ ਗਿਆ ਸੀ ਅੱਛਾ ਜੀ ਤੇ ਫਿਰ ਮੈਂ ਮੂਵ ਹੋਣ ਕਰਕੇ ਜੀ ਮੈਂ ਇੱਥੇ ਉਹ ਫਿਰ ਮੈਂ ਕੇਸ ਮਤਲਬ ਬੰਦ ਨਹੀਂ ਕਰਾਇਆ ਮੈਂ ਮੂਵ ਹੋ ਗਿਆ ਹੁਣ ਮੇਰੇ ਕੋਲ ਗਰਲਫ੍ਰੈਂਡ ਦੇ ਅਮਰੀਕਨ ਅੱਛਾ ਜੀ ਹਾਂਜੀ ਤੇ ਉਹ ਮੈਂ ਮਤਲਬ ਗਰਲਫ੍ਰੈਂਡ ਨਾਲ ਵਿਆਹ ਕਰਕੇ ਇੰਟਰਵਿਊ ਮੇਰੀ ਇੰਡੀਆ ਹੋ ਜੇ ਤੇ ਨਾਮ ਮੈਂ ਚੇਂਜ ਡੇਟ ਆਫ ਬਰਥ ਚੇਂਜ ਕਰਾ ਲਾ ਮੈਨੂੰ ਉਹ ਪਹਿਲਾ ਕੇਸ ਦੀ ਕੋਈ ਪ੍ਰੋਬਲਮ ਨਹੀਂ ਆਏਗੀ So he's saying he came here in 1994. He applied for political asylum, but got denied. Then he moved from the place where he was living. Now he's with his American girlfriend, and he says, if I change my name and if I change all the identity and marry this girlfriend, what problems can I face? Well, first of all, any kind of name change, anything that's done illegally, he's committing a fraud. And if he gets caught for that, he could be criminally prosecuted besides having other immigration laws. What people forget is everything you do with immigration, you do with fingerprints. And so when he submitted his asylum application in 1994, he submitted that with a set of fingerprints. So changing his name is not going to matter when he submits fingerprints now. If he entered lawfully and applied for asylum, lost, he may have a deportation order that he knows about. But if he entered lawfully and he's married to a citizen now, the key would be to get the deportation case reopened so that he can then do an adjustment of status through the citizen. If he entered unlawfully and nobody else petitioned for him, his options are relatively limited, although conceivably I guess he could reopen the case to do a provisional waiver. Yeah, he's got at least two options. And there's if he was in exclusion, 1994. Oh, that's correct. So he may be able to adjust even with a removal order or deportation order. So we really need to take a look at in what status did he enter the United States, because he may not have to even reopen his case and he may get to marry his wife under his true name and get a green card. So three possibilities. Exclusion was for people whose deportation cases started at the airport. And that's how a lot of Indians came in the early 90s and filed for asylum. If he's in that status, he can just go ahead and get married and file for his green card. He's going to need some waivers, but it's doable. If he came in legally, then we need to get the deportation case reopened. If he came in illegally, it may be possible to get the deportation case reopened, terminated, so that he can process under the provisional waiver back home. This gentleman definitely has some options, but changing his name to try to beat the system would not be my recommendation. ਜੀ
ਸੋ ਇਹ ਕਹਿ ਰਹੇ ਨੇ ਕਿ ਤੁਸੀਂ ਜੇ ਨਾਮ ਚੇਂਜ ਕਰਵਾਉਂਦੇ ਹੋ ਉਹਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਤੁਸੀਂ ਫਿੰਗਰਪ੍ਰਿੰਟਸ ਦਿੱਤੇ ਹੋਏ ਨੇ, ਤੇ ਜਦ ਤੁਸੀਂ ਫਿੰਗਰਪ੍ਰਿੰਟਸ ਦਿੰਦੇ ਹੋ ਤੇ ਤੁਸੀਂ ਜਿੰਨੇ ਮਰਜ਼ੀ ਨਾਮਾਂ ਨਾਲ ਅਪਲਾਈ ਕਰੋ, ਫਿੰਗਰਪ੍ਰਿੰਟਸ ਤਾਂ ਤੁਹਾਡੇ ਉੱਥੇ ਹੈਗੇ ਹੀ ਨੇ, ਤੇ ਤੁਹਾਡਾ ਫਰਾਡ ਜਿਹੜਾ ਉਹ ਬੜੀ ਛੇਤੀ ਫੜਿਆ ਜਾਏਗਾ, ਤੇ ਉਹਦੇ ਨਾਲ ਹੀ ਤੁਹਾਡੇ ਉੱਤੇ ਕ੍ਰਿਮੀਨਲ ਪ੍ਰੋਸੀਡਿੰਗਸ ਸ਼ੁਰੂ ਹੋ ਜਾਣਗੀਆਂ, ਜਿਹਦੇ ਬਾਅਦ ਤੁਸੀਂ ਕਿਸੇ ਵੀ ਹੋਰ ਪਾਸੇ ਅਪਲਾਈ ਨਹੀਂ ਕਰ ਪਾਓਗੇ। ਮਗਰ ਹਲੇ ਵੀ ਤੁਹਾਡੇ ਕੋਲ 3 ਚਾਂਸਸ ਹੈਗੇ ਨੇ, ਤਾਂ ਇਟਸ ਬੈਟਰ ਕਿ ਤੁਸੀਂ ਉਹਨਾਂ ਚਾਂਸਸ ਦਾ ਫਾਇਦਾ ਉਠਾਓ। ਜਿੱਦਾਂ ਕਿ ਜੇ ਤੁਸੀਂ ਜਦ ਆਏ ਸੀਗੇ, ਜੇ ਤੁਹਾਡੇ 에ਅਰਪੋਰਟ ਤੇ ਤੁਹਾਡੇ ਉੱਤੇ ਇਹ ਡਿਪੋਰਟੇਸ਼ਨ ਪ੍ਰੋਸੀਡਿੰਗਸ ਵਗੈਰਾ ਸ਼ੁਰੂ ਹੋ ਗਈਆਂ ਸੀਗੀਆਂ, ਤਾਂ ਤੁਹਾਨੂੰ ਕੋਈ ਜ਼ਰੂਰਤ ਹੀ ਨਹੀਂ ਹੈ ਨਾਮ ਚੇਂਜ ਕਰਵਾਉਣ ਦੀ। ਤੁਸੀਂ ਇੱਕ ਲਾਇਰ ਨਾਲ ਕੰਸਲਟ ਕਰਕੇ ਤੇ ਆਪਣਾ ਕੇਸ ਜਿਹੜਾ ਉਹ ਤੁਸੀਂ ਓਪਨ ਕਰਵਾ ਸਕਦੇ ਹੋ, ਤੇ ਉਹ ਕੈਂਸਲ ਕਰਵਾ ਕੇ ਤੇ ਤੁਸੀਂ ਅੱਗੇ ਪ੍ਰੋਸੀਡ ਕਰ ਸਕਦੇ ਹੋ। ਤੇ ਨਾਲ ਦੇ ਨਾਲ ਜੇ ਤੁਸੀਂ ਇੱਥੇ ਲੀਗਲੀ ਐਂਟਰ ਕੀਤਾ ਸੀ ਤਦ ਵੀ ਤੁਸੀਂ ਇਹਦੇ ਅੱਗੇ ਕੰਮ ਕਰ ਸਕਦੇ ਹੋ, ਮਗਰ ਜੇ ਤੁਸੀਂ ਇਲੀਗਲੀ ਐਂਟਰ ਕੀਤਾ ਸੀ ਤਾਂ ਵੀ ਤੁਹਾਨੂੰ if he entered illegally, then what? Well, illegally then would be under the new program from Obama, where people who cannot get a green card in the U.S. and have to process abroad, those folks have a 10-year bar the day they leave. There's a waiver of that 10 years, but under the old system, you would file for that waiver abroad and wait a couple of years while it's being adjudicated. Under the new system, you can file the waiver in the U.S. When it's approved, make your appointment for the consulate, go with the waiver, and come back. So it's a little bit more secure, because people don't want to leave the U.S., right? So this is a much more secure system. It depends in this situation whether or not we need to get a deportation case reopened first or not. ਤੇ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਇੱਥੇ ਇਲੀਗਲੀ ਐਂਟਰ ਕੀਤੇ ਸੀ ਤਦ ਵੀ ਤੁਸੀਂ ਵੇਵਰ ਦੇ ਲਈ ਅਪਲਾਈ ਕਰ ਸਕਦੇ ਹੋ, ਜੋ ਕਿ ਨਵਾਂ ਲਾਅ ਆਇਆ ਸੀ, ਤੇ ਉਹਦੇ ਅਕੋਰਡਿੰਗਲੀ ਵੀ ਤੁਸੀਂ ਆਪਣੀ ਵੇਵਰ ਦੇ ਲਈ ਅਪਲਾਈ ਕਰ ਸਕਦੇ ਹੋ, ਤੇ ਤੁਹਾਨੂੰ ਇੱਥੇ ਹੀ ਤੁਹਾਡਾ ਸਾਰਾ ਫੈਸਲਾ ਹੋਏਗਾ। ਉਸ ਤੋਂ ਬਾਅਦ ਤੁਸੀਂ ਇੰਡੀਆ ਜਾਓਗੇ ਤੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਮਗਰ ਐਗਜ਼ੈਕਟਲੀ ਤੁਹਾਡੇ ਕੋਲ ਕਿਹੜੀ ਆਪਸ਼ਨ ਹੈ ਤੁਹਾਨੂੰ ਤਦ ਹੀ ਪਤਾ ਲੱਗੇਗਾ ਜੇ ਤੁਸੀਂ ਉਹਨਾਂ ਦੇ ਨਾਲ ਉਹਨਾਂ ਦੇ ਆਫਿਸ ਜਾ ਕੇ, ਜਾਂ ਤੁਹਾਡੇ ਜਿਹੜੇ ਵਕੀਲ ਨੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਪੂਰਾ ਆਪਣਾ ਕੇਸ ਡਿਸਕਸ ਕਰੋ। ਮਗਰ ਇਹ ਕੋਈ ਆਪਸ਼ਨ ਨਹੀਂ ਹੈਗੀ ਕਿ ਤੁਸੀਂ ਜਿਹੜੇ ਸਿਸਟਮ ਹੈ ਉਹਨੂੰ ਧੋਖਾ ਦੇ ਸਕੋ ਕਿ ਤੁਸੀਂ ਨਾਮ ਚੇਂਜ ਕਰਵਾ ਲਓ, ਕਿਉਂਕਿ ਤੁਹਾਡੇ ਫਿੰਗਰਪ੍ਰਿੰਟਸ ਉਹਨਾਂ ਦੇ ਕੋਲ ਨੇ। ਤੇ ਤੁਹਾਡਾ ਮਤਲਬ ਹਾਂਜੀ, ਜੇ ਮੈਂ ਫਿੰਗਰਪ੍ਰਿੰਟ ਮਤਲਬ ਉਹਨਾਂ ਨੂੰ ਦਾਂਗਾ ਇੱਥੇ ਟਾਈਮ ਨਾ ਚੇਂਜ ਕਰਕੇ ਉਸ ਟਾਈਮ ਪਕੜ ਲੈਣਗੇ? ਹਾਂਜੀ ਬਿਲਕੁਲ, ਕਿਉਂਕਿ ਉਸੇ ਵੇਲੇ ਉਹਨਾਂ ਦੇ ਕੋਲ ਉਹ ਰਿਕਾਰਡ ਆ ਜਾਂਦਾ ਹੈ ਕਿ ਤੁਹਾਡੇ ਕਿ ਤੁਸੀਂ ਪਹਿਲੇ ਵੀ ਅਪਲਾਈ ਕੀਤਾ ਹੋਇਆ ਤਾਂ ਤੁਸੀਂ ਫਰਾਡ ਕਰ ਰਹੇ ਹੋ। ਇਹਨੂੰ ਪੁੱਛ ਲਓ, ਇਹਨਾਂ ਨੂੰ ਇੱਕ ਵਾਰੀ ਪੁੱਛ ਲਓ ਕਿ ਉਸੇ ਟਾਈਮ ਹੀ ਆ ਜਾਂਦਾ। So he's saying when they will check my fingerprints, will I be caught right away? Conceivably, they're going to know about what happened earlier on, but it sounds like if he wants to do things the right way in his right name, he's got remedies. So why try to play games with? I'm not, I don't want to teach somebody how to commit a fraud. So why play games if there's a way to do this cleanly, and you can rest at night with having to worry about it? I highly recommend to do it just the right way, and he's got those options here. ਤੇ ਕਹਿ ਰਹੇ ਨੇ ਕਿ ਤੁਸੀਂ ਗਲਤ ਪਾਸੇ ਜਾਣਾ ਹੀ ਕਿਉਂ ਹੈ ਜਦ ਤੁਹਾਡੇ ਕੋਲ ਆਲਰੇਡੀ ਆਪਸ਼ਨਸ ਹੈਗੀਆਂ ਨੇ, ਤੇ ਤੁਹਾਡੇ ਕੋਲ ਜਿਹੜੀ ਲੀਗਲ ਆਪਸ਼ਨਸ ਹੈਗੀਆਂ ਨੇ ਤੁਸੀਂ ਉਹ ਟਰਾਈ ਕਰੋ, ਤੇ ਤੁਸੀਂ ਉਸ ਪਾਸੇ ਜਾਓ ਹੀ ਨਾ ਜਿੱਥੇ ਤੁਹਾਡੇ ਸਿਰ ਤੇ ਖਤਰਾ ਹੋਵੇ ਕਿ ਇੱਕ ਤਲਵਾਰ ਲਟਕਦੀ ਹੋਵੇ ਕਿ ਤੁਸੀਂ ਹੁਣ ਅੱਗੇ ਕੀ ਕਰੋਗੇ। ਤੇ ਇਟਸ ਬੈਟਰ ਕਿ ਤੁਸੀਂ ਇੱਕ ਸਹੀ ਰਸਤਾ ਚੂਜ਼ ਕਰੋ, ਤੁਹਾਡੇ ਕੋਲ ਆਪਸ਼ਨ ਹੈਗੀਆਂ ਨੇ, ਤੁਸੀਂ ਉਹਨਾਂ ਦੇ ਥਰੂ ਅੱਗੇ ਵਧੋ। ਐਂਡ ਥੈਂਕ ਯੂ ਸੋ ਮਚ ਫॉर ਕਾਲਿੰਗ। ਮਗਰ ਤੁਸੀਂ ਬਾਕੀ ਜਾਣਕਾਰੀ ਦੇ ਲਈ ਆਫਿਸ ਵਿੱਚ ਕਾਲ ਕਰਕੇ ਡਿਟੇਲ ਵਿੱਚ ਡਿਸਕਸ਼ਨ ਕਰ ਸਕਦੇ ਹੋ। ਅਸੀਂ ਨੈਕਸਟ ਕਾਲ ਲੈ ਲੈਂਦੇ ਹਾਂ। ਹੈਲੋ ਆਲ ਰਾਈਟ, ਕਾਲ ਅਸ ਅਗੇਨ। ਪਲੀਜ਼ ਮੇਕ ਸ਼ੋਰ ਜਦ ਵੀ ਤੁਸੀਂ ਕਾਲ ਕਰਦੇ ਹੋ ਟੀਵੀ ਦੀ ਵੋਲਿਊਮ ਘੱਟ ਕਰਕੇ ਸਾਡੇ ਨਾਲ ਫੋਨ ਤੇ ਗੱਲ ਕਰੋ। ਕਮਿਊਨੀਕੇਸ਼ਨ ਗੈਪ ਪੈ ਜਾਂਦਾ ਹੈ, ਤੁਹਾਡੀ ਗੱਲ ਸਾਨੂੰ ਕਲੀਅਰ ਨਹੀਂ ਹੁੰਦੀ, ਤੁਹਾਨੂੰ ਸਾਡੀ ਗੱਲ ਕਲੀਅਰ ਨਹੀਂ ਹੁੰਦੀ, ਤਾਂ ਇਟਸ ਬੈਟਰ ਕਿ ਜਦ ਵੀ ਤੁਸੀਂ ਕਾਲ ਕਰਦੇ ਹੋ ਆਪਣਾ ਸਵਾਲ ਇੱਕਦਮ ਰੈਡੀ ਰੱਖੋ। ਜਿੱਦਾਂ ਹੀ ਕਾਲ ਲੱਗਦੀ ਹੈ ਤੁਸੀਂ ਆਪਣਾ ਫੋਨ ਆਪਣਾ ਦੱਸਣਾ ਕਿ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ। ਅਸੀਂ ਨੈਕਸਟ ਕਾਲ ਲੈ ਲੈਂਦੇ ਹਾਂ। ਹੈਲੋ ਆਲ ਰਾਈਟ, ਕਾਲ ਅਸ ਅਗੇਨ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਮੈਂ ਜੁਬਾ ਸਿਟੀ ਤੋਂ ਬੋਲ ਰਿਹਾ ਜੀ ਸਰ ਜੀ, ਸਵਾਲ ਪੁੱਛੋ। ਮੈਂ ਪਹਿਲਾਂ ਮੇਰੇ ਕੋਲ ਗ੍ਰੀਨ ਕਾਰਡ ਸੀਗਾ ਜੀ, ਤੇ ਫਿਰ ਮੈਂ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਚਲ ਗਿਆ ਜੀ, ਤੇ ਮੇਰਾ ਇਮੀਗ੍ਰੇਸ਼ਨ ਨੇ ਗ੍ਰੀਨ ਕਾਰਡ ਲੈ ਕੇ ਰੱਖ ਲਿਆ ਜੀ ਫਿਰ ਮੈਂ ਆਪਣੇ ਪੋਲੀਟੀਕਲ ਅਪਲਾਈ ਕਰ ਦਿੱਤੀ ਜੀ, ਤੇ ਉਹਨੇ ਮੈਨੂੰ ਕੈਟ ਦੇਤੀ, ਮੈਂ ਇੰਡੀਆ ਨਹੀਂ ਜਾ ਸਕਦਾ। ਵੈਸੇ ਮੈਂ ਡਿਪੋਰਟ ਤਾਂ ਨਹੀਂ ਕਰ ਸਕਦੇ ਹੋ, ਜੀ ਪਰ ਮੈਨੂੰ ਗ੍ਰੀਨ ਕਾਰਡ ਲੈ ਕੇ ਮੈਂ ਰੱਖ ਲਿਆ। ਮੇਰੇ ਘਰ ਦੇ ਵਿੱਚ ਸਿਟੀਜ਼ਨ ਹੈਗੇ ਆ ਇੱਥੇ ਜੀ। ਮੈਨੂੰ ਘਰ ਦੇ ਵੱਲੋਂ ਗ੍ਰੀਨ ਕਾਰਡ ਮਿਲ ਸਕਦਾ ਕਿ ਜਾਂ ਮੈਨੂੰ ਪੋਲੀਟੀਕਲ ਸਟੇ ਵੱਲੋਂ ਗ੍ਰੀਨ ਕਾਰਡ ਦੇਣਗੇ ਮੁੜ ਕੇ? ਜੀ, ਇਹ ਸਵਾਲ ਮੇਰਾ। So he's saying he was here on green card and he was sent to jail because of something, and they took away his green card. And so after he came out, he applied for a political asylum. So now he cannot go back to India.
but he still don't have a green card. So he's saying his all family is citizen. What option do he have? Should he proceed for political asylum, or is there anywhere his family can? What was he convicted of? Sir ji, ਤੁਸੀਂ ਜੇਲ੍ਹ ਕਿਉਂ ਗਏ ਸੀਗੇ? ਬੈਰਲ ਹੀ ਸੀਗੀ, ਕਿਸੇ ਨਾਲ ਮੇਰੀ ਲੜਾਈ ਹੋ ਗਈ ਸੀਗੀ। He had a fight with somebody. And how much jail did he serve? ਤੁਸੀਂ ਕਿੰਨੇ ਸਾਲ ਰਹੇ ਹੋ ਜੇਲ੍ਹ 'ਚ? ਮੈਂ 3 ਸਾਲ ਰਿਹਾ ਸੀਗਾ, ਪ੍ਰਿਜ਼ਨ ਵਿੱਚ ਗਿਆ ਸੀ। 3 years prison. Yeah, so he's that's considered an aggravated felony, automatically not eligible for asylum, but eligible for withholding or the Convention Against Torture. ਨਹੀਂ ਸੀਗੀ। So, and he may have won that. It sounds like he may have won that afterwards, but he can't go beyond that. So he's pretty much withholding is something like asylum, except it doesn't turn into a green card. And if you leave the U.S., it's a deportation order that can't be executed. If you leave the U.S., you've deported yourself. So you're not home free, but it's better than being deported, and that's the best he's going to get. So he will never get a green card now. That's correct. Okay. ਤੇ ਸਰ ਜੀ ਕਹਿ ਰਹੇ ਨੇ ਕਿ ਇਸ ਤੋਂ ਅੱਗੇ ਤੁਹਾਡਾ ਕੋਈ ਪ੍ਰੋਸੀਜਰ ਨਹੀਂ ਹੋ ਸਕਦਾ, ਵੈਲ ਸੈਡਲੀ ਟੂ ਸੇ, ਬਟ ਇਸ ਵੇਲੇ ਤੁਹਾਡੇ ਕੋਲ ਇਹੀ ਆਪਸ਼ਨ ਹੈ ਕਿ ਤੁਸੀਂ ਇਸੇ ਜਿਸ ਤਰੀਕੇ ਨਾਲ ਤੁਸੀਂ ਰਹਿ ਰਹੇ ਹੋ ਉਸੇ ਤਰੀਕੇ ਨਾਲ ਰਹੋ, ਤੁਸੀਂ ਵਾਪਸ ਨਹੀਂ ਜਾ ਸਕਦੇ ਹੋ, ਮਗਰ ਤੁਹਾਡਾ ਪੋਲੀਟੀਕਲ ਅਸਾਈਲਮ ਦਾ ਕੇਸ ਵੀ ਅੱਗੇ ਨਹੀਂ ਵੱਧ ਸਕਦਾ, ਕਿਉਂਕਿ ਜੇ ਇੱਕ ਵਾਰੀ ਤੁਸੀਂ ਇਸ ਕ੍ਰਾਈਮ ਦੇ ਵਿੱਚ ਆ ਜਾਓ, ਜੇ ਇੱਕ ਵਾਰੀ ਤੁਸੀਂ ਪ੍ਰਿਜ਼ਨ ਚਲ ਜਾਓ, ਤਾਂ ਤੁਹਾਡਾ ਪੋਲੀਟੀਕਲ ਅਸਾਈਲਮ ਦਾ ਕੇਸ ਵੀ ਅਪਰੂਵ ਨਹੀਂ ਹੋ ਸਕਦਾ। ਉਹਨਾਂ ਦਾ ਐਗਰੀਮੈਂਟ ਫੈਲਨੀ ਨਹੀਂ ਸੀਗੀ, ਉਹ ਐਗਰੀਮੈਂਟ ਫੈਲਨੀ ਨਹੀਂ ਸੀਗੀ। ਕਿਹੜੇ ਐਗਰੀਮੈਂਟ ਦੀ ਗੱਲ ਕਰ ਰਹੇ ਹੋ ਤੁਸੀਂ? ਨਹੀਂ, ਐਗਰੀਮੈਂਟ ਫੈਲਨੀ ਹੋ ਜਾਂਦੀ, ਡੇਂਜਰਸ ਫੈਲਨੀ ਨਹੀਂ ਸੀਗੀ, ਉੱਤੇ ਪੈਸੇ ਲੜਾਈ ਹੋ ਸੀਗੀ, ਐਗਰੀਮੈਂਟ ਫੈਲਨੀ ਨਹੀਂ ਸੀਗੀ ਉਹ। Okay, so it wasn't an agreement felony? Well, it was a crime of violence in which you're sentenced to a year or more in jail as an aggravated felony. And that's an immigration term. It doesn't matter what happened in criminal court. They don't use that term in criminal court. But if he went to jail for 3 years for assault, it's an aggravated felony. That's unquestionable. What he may want to consider, and what has become very popular, is called post-conviction relief. Hiring a firm like ourselves or a criminal defense lawyer to go back to the criminal court to take the plea away on the theory that nobody told me what the immigration consequences were going to be when I pleaded guilty. Since a Supreme Court case in 2010 called Padilla came out, now criminal lawyers have a responsibility to tell their non-citizen criminal defendants, you know, you could be deported, you will be deported, they have an obligation to tell them the immigration consequences. Before that, there really wasn't an obligation. So people with older convictions like he has, the one remedy they may want to consider doing is hiring somebody to go back to the criminal court to reopen the case to try to reclassify it as something else. And it's very popular now. It's called post-conviction relief. Okay. ਤੇ ਸਰ ਜੀ ਇਹ ਕਹਿ ਰਹੇ ਨੇ ਕਿ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜੇ ਤੁਸੀਂ 2 ਸਾਲ ਤੋਂ ਜ਼ਿਆਦਾ ਪ੍ਰਿਜ਼ਨ ਵਿੱਚ ਰਹੇ ਹੋ ਤਾਂ ਉਹ ਐਗਰੀਵੇਟਡ ਫੈਲਨੀ ਹੁੰਦੀ ਹੈ, ਮਗਰ ਤੁਹਾਡੇ ਕੋਲ ਇਹ ਆਪਸ਼ਨ ਹੈਗੀ ਹੈ ਕਿ ਤੁਸੀਂ ਇੱਕ ਫਰਮ ਨੂੰ ਹਾਇਰ ਕਰੋ ਤੇ ਉਹ ਫਿਰ ਪੋਸਟ ਕਨਵਿਕਸ਼ਨ ਰਾਈਟ, ਤੇ ਉਹ ਪੋਸਟ ਕਨਵਿਕਸ਼ਨ ਯਾਨੀ ਕਿ ਤੁਹਾਡੀ ਕਨਵਿਕਸ਼ਨ ਤੋਂ ਬਾਅਦ ਜੋ ਵੀ ਹੋ ਰਿਹਾ ਉਹ ਉਸ ਦੇ ਅਕੋਰਡਿੰਗਲੀ ਉਹ ਦੁਬਾਰਾ ਜਾਣਗੇ, ਤੁਹਾਡੀ ਜਿਹੜੀ ਕ੍ਰਿਮੀਨਲ ਕੇਸ ਸੀ ਉਹ ਦੁਬਾਰਾ ਖੋਲਣਗੇ ਤੇ ਕੋਸ਼ਿਸ਼ ਕਰਨਗੇ ਕਿ ਇਹ ਜਿਹੜੀ ਜਿਹਦੇ ਲਈ ਤੁਹਾਨੂੰ ਪ੍ਰਿਜ਼ਨ ਜਾਣਾ ਪਿਆ ਸੀ ਉਹਨੂੰ ਕੁਝ ਹੋਰ ਕਰਕੇ ਉਹ ਡਿਪਿਕਟ ਕਰਵਾ ਸਕਣ, ਉਹਨੂੰ ਖੋਲ ਕੇ ਫਿਰ ਉਹ ਇੱਕ ਅਲੱਗ ਤਰੀਕੇ ਨਾਲ ਪੇਸ਼ ਕਰ ਸਕਦੇ ਨੇ। ਤੁਹਾਡੇ ਕੋਲ ਇਹ ਆਪਸ਼ਨ ਹੈ ਕਿ ਤੁਸੀਂ ਇਹ ਪਲੀ ਕਰ ਸਕਦੇ ਹੋ ਕਿ ਤੁਹਾਨੂੰ ਨਹੀਂ ਪਤਾ ਸੀ ਕਿ ਇਹਦਾ ਤੁਹਾਡੀ ਇਮੀਗ੍ਰੇਸ਼ਨ ਮਸਲੇ ਤੇ ਜਾਂ ਤੁਹਾਡੀ ਸਿਟੀਜ਼ਨਸ਼ਿਪ ਤੇ ਕੀ ਅਸਰ ਪਏਗਾ, ਤੇ ਤੁਸੀਂ ਜ਼ਰੂਰ ਇੱਕ ਅੱਛੀ ਵਧੀਆ ਫਰਮ ਨੂੰ ਹਾਇਰ ਕਰ ਸਕਦੇ ਹੋ ਜੋ ਕਿ ਇਹ ਪੂਰੇ ਜਿਹੜਾ ਤੁਹਾਡਾ ਕੇਸ ਹੈ ਉਹਨੂੰ ਪ੍ਰੋਪਰਲੀ ਸਟੱਡੀ ਕਰਨ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਦੱਸ ਸਕਣ ਕਿ ਤੁਸੀਂ ਕੀ ਕਰ ਸਕਦੇ ਹੋ, ਤੇ ਤੁਹਾਡੇ ਕੋਲ ਸਿਰਫ ਇੱਕ ਇਹੀ ਆਪਸ਼ਨ ਰਹਿ ਜਾਂਦੀ ਹੈ। ਤੇ ਮਗਰ ਬਾਕੀ ਜਿੱਦਾਂ ਤੁਸੀਂ ਪਿਛਲਾ ਸਵਾਲ ਪੁੱਛਿਆ ਸੀ ਤੇ ਉਸ ਟਾਈਮ ਦੇ ਵਿੱਚ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ। ਥੈਂਕ ਯੂ ਸੋ ਮਚ ਫॉर ਕਾਲਿੰਗ। ਨੰਬਰ ਦੇ ਸਕਦੇ ਮੈਨੂੰ ਵਕੀਲ ਸਾਹਿਬ? ਡੈਫੀਨਿਟਲੀ ਸਰ ਜੀ, ਇਹਨਾਂ ਦਾ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਹੈ, ਹੁਣੇ ਹੀ ਆ ਜਾਏਗਾ ਤੇ ਤੁਸੀਂ ਉਹ ਵੇਖ ਲਓ, ਤੁਸੀਂ ਨੰਬਰ ਨੋਟ ਕਰ ਲਓ ਤੇ ਇਹਨਾਂ ਦੇ ਆਫਿਸ ਵਿੱਚ ਪੰਜਾਬੀ ਵਿੱਚ ਵੀ ਗੱਲ ਕਰਦੇ ਨੇ, ਤੇ ਤੁਸੀਂ ਜ਼ਰੂਰ ਉਹਨਾਂ ਨਾਲ ਗੱਲ ਕਰਕੇ ਆਪਣਾ ਕੇਸ ਦੇ ਬਾਰੇ ਪੂਰੀ ਡਿਸਕਸ਼ਨ ਕਰ ਸਕਦੇ ਹੋ। ਐਂਡ ਇਹਦੇ ਨਾਲ ਹੀ ਵੀਲ ਟੇਕ ਦ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਮੈਂ ਗੁਰਪ੍ਰੀਤ ਬੋਲ ਰਿਹਾ ਕੈਨੇਡੀਕਟ ਤੋਂ। ਮੇਰਾ ਸਵਾਲ ਹੈ L1A ਦੇ ਉੱਤੇ। ਕਿਹਦੇ ਉੱਤੇ? L1A?
ਏ ਦੇ ਉੱਤੇ L1A ਮੈਂ ਦੇ L1A ਉੱਤੇ। ਦੇ ਉੱਤੇ ਆਲਰੇਡੀ 3 ਸਾਲ ਰਹਿ ਚੁੱਕਾ ਤੇ ਮੇਰਾ ਨੈਕਸਟ L1A ਰਿਨਿਊ ਹੋ ਚੁੱਕਾ ਹੈ ਜੀ। ਔਰ ਮੈਂ ਚਾਹੁੰਦਾ ਕਿ ਮੇਰੀ ਕੰਪਨੀ ਅਗਰ ਫਾਈਲ ਨਹੀਂ ਕਰਦੀ ਗ੍ਰੀਨ ਕਾਰਡ ਤੇ ਮੇਰੇ ਕੋਲ ਕੀ ਆਪਸ਼ਨਸ ਹੈਗੀਆਂ। Okay. So his L1A has been renewed already, but he's saying if my company doesn't file for my green card, what other options do I have? With an L1A, he's got 7 years in that status, and that time only counts while he's in the United States. So if he spends 6 weeks every year out, he gets to add that back on. So if his employer doesn't want to petition for him, he may need to find another employer willing to file for him. The problem with that is from India, the processing times are very, very slow. An L1A is first preference, but you must work for that employer. So without this employer filing for him, he would have to ultimately leave the United States for a 1-year period before he can come back again, either through another L1A, an H1B, or some other means. ਤੇ ਸਰ ਜੀ ਕਹਿ ਰਹੇ ਨੇ ਕਿ ਜੇ ਤੁਹਾਡੇ ਕੋਲ L1A ਹੈ ਤੇ ਤੁਹਾਡੀ ਆਪਣੀ ਕੰਪਨੀ ਫਾਈਲ ਨਹੀਂ ਕਰਨਾ ਚਾਹੁੰਦੀ ਤਾਂ ਤੁਹਾਨੂੰ ਕੋਸ਼ਿਸ਼ ਇਹ ਕਰਨੀ ਪਏਗੀ ਕਿ ਤੁਸੀਂ ਕੋਈ ਹੋਰ ਕੰਪਨੀ ਲੱਭੋ ਜੋ ਕਿ ਤੁਹਾਡੇ ਲਈ ਇਹ ਫਾਈਲ ਕਰ ਸਕੇ, ਮਗਰ ਸਟਿਲ ਤੁਹਾਡੇ ਕੋਲ 7 ਸਾਲ ਦਾ ਪੀਰੀਅਡ ਹੁੰਦਾ ਹੈ L1A ਦੇ ਅੰਦਰ, ਜਿਹਦੇ ਵਿੱਚ ਤੇ ਤੁਸੀਂ ਇੱਥੇ ਜਿੰਨਾ ਟਾਈਮ US ਵਿੱਚ ਰਹਿੰਦੇ ਹੋ ਉਹੀ ਟਾਈਮ ਕਾਊਂਟ ਹੁੰਦਾ ਹੈ। ਮਗਰ ਜੇ ਤੁਹਾਡੀ ਆਪਣੀ ਕੰਪਨੀ ਫਾਈਲ ਨਹੀਂ ਕਰਦੀ ਤਾਂ ਤੁਹਾਨੂੰ ਵਾਪਸ ਜਾਣਾ ਪੈਣਾ 1 ਸਾਲ ਦੇ ਲਈ, ਤੇ ਫਿਰ ਤੁਹਾਨੂੰ ਇੱਕ ਨਵੇਂ L1A ਦੇ ਨਾਲ ਜਾਂ ਫਿਰ H1 ਵੀਜ਼ਾ ਦੇ ਨਾਲ ਤੁਹਾਨੂੰ ਇੱਥੇ ਆਉਣਾ ਪੈਣਾ। ਤੇ ਪ੍ਰੈਫਰੇਬਲ ਇਹੀ ਹੋਏਗਾ ਕਿ ਤੁਸੀਂ ਕੋਈ ਹੋਰ ਕੰਪਨੀ ਇੱਦਾਂ ਦੀ ਲੱਭੋ ਜੋ ਕਿ ਤੁਹਾਡੇ ਲਈ L1A ਅਪਲਾਈ ਕਰ ਸਕੇ। ਤੇ ਥੈਂਕ ਯੂ ਸੋ ਮਚ ਫॉर ਕਾਲਿੰਗ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਸਾਡਾ ਸਵਾਲ ਇਹ ਆ, ਬੱਚੇ ਮੇਰੇ ਸਿਟੀਜ਼ਨ ਨੇ, ਮੇਰਾ ਪਾਸਪੋਰਟ ਨਹੀਂ ਬਣਦਾ। ਤੇ ਕੀ ਕਹਿੰਦੇ ਨੇ ਕਿ ਕਿਉਂ ਨਹੀਂ ਬਣਦਾ? ਮੈਮ ਕਿਉਂ ਨਹੀਂ ਬਣਦਾ? ਕੋਈ ਰੀਜ਼ਨ ਦਿੱਤਾ? ਕਿਹਦੇ ਨਾਲ ਗੱਲ ਕੀਤੀ ਸੀ? ਉਹ ਕਹਿੰਦੇ ਪੋਲੀਟੀਕਲ ਕੇਸ ਬੰਦ ਕੀਤੇ ਹੋਏ ਆ ਜਿਨ੍ਹਾਂ ਦੇ ਪਾਸਪੋਰਟ, ਮੈਂ ਇੰਗਲਿਸ਼ ਆਉਂਦੀ ਨਹੀਂ ਹੈਗੀ, ਸਿਟੀਜ਼ਨ ਮੈਂ ਲੈ ਨਹੀਂ ਸਕਦੀ। ਓਕੇ, ਤੇ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਹੈ? ਹਾਂਜੀ, ਗ੍ਰੀਨ ਕਾਰਡ ਹੈਗਾ, ਮੇਰੇ ਬੱਚੇ ਸਿਟੀਜ਼ਨ ਨੇ, ਮੇਰੇ ਹਸਬੈਂਡ ਸਿਟੀਜ਼ਨ ਨੇ। ਹਾਂਜੀ, ਕਿਉਂਕਿ ਤੁਹਾਡੇ ਕੋਲ ਪੋਲੀਟੀਕਲ ਅਸਾਈਲਮ ਹੈ ਤਾਂ ਮੇਬੀ ਇਸ ਕਰਕੇ, ਕਿਉਂਕਿ ਤੁਸੀਂ ਇੰਡੀਆ ਨਹੀਂ ਜਾ ਸਕਦੇ। ਹਾਂਜੀ ਹਾਂਜੀ ਹਾਂਜੀ, ਤੇ ਹਾਂਜੀ, ਤੇ ਪਾਸਪੋਰਟ ਦਾ ਕੀ ਪ੍ਰੋਬਲਮ ਹੈ? ਪਾਸਪੋਰਟ ਬਣਾਉਂਦੇ ਨਹੀਂ ਹੈਗੇ, ਜਿੱਦਾਂ ਬਈ ਕਈ ਵਾਰੀ ਭੇਜਿਆ ਆ, ਉਹ ਕਹਿੰਦੇ ਅਸੀਂ ਬਣਾਉਂਦੇ ਨਹੀਂ, ਪੋਲੀਟੀਕਲ ਕੇਸ ਇਹ ਜਿਹੜੇ ਪਾਸਪੋਰਟ ਆ। Okay, so she's saying that she came here and she filed for political asylum. She have a green card already. Her kids are citizens, but they are not approving her passport. So they say that we don't make a passport for those who have political asylum. Right, she's not entitled to a U.S. passport, but she could get a refugee travel document, but she cannot go back to India or whatever country of origin she India. is. Yeah, so she could get a refugee travel document, but that's not a passport. It does resemble a passport, but it's not a passport. Okay. So ਇਹ ਕਹਿ ਰਹੇ ਨੇ ਕਿ ਜਦ ਤੁਸੀਂ ਪੋਲੀਟੀਕਲ ਅਸਾਈਲਮ ਦੇ ਕੇਸ ਤੇ ਆਏ ਹੋ ਤੇ ਤੁਹਾਡਾ ਪਾਸਪੋਰਟ ਉਹ ਨਹੀਂ ਬਣਾਉਂਦੇ, ਤੇ ਉਹ ਨਹੀਂ ਬਣਾਉਂਦੇ ਲਾਅ ਦੇ ਅਕੋਰਡਿੰਗਲੀ, ਮਗਰ ਤੁਹਾਨੂੰ ਇੱਕ ਰੈਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਉਹ ਤੁਹਾਡਾ ਬਣ ਜਾਏਗਾ। ਉਹ ਲੱਗਦਾ ਪਾਸਪੋਰਟ ਦੇ ਵਰਗਾ ਹੀ ਹੈ, ਮਗਰ ਉਹ ਹੁੰਦਾ ਨਹੀਂ ਹੈ, ਤੇ ਉਹਦੇ ਥਰੂ ਤੁਸੀਂ ਬਾਕੀ ਕੰਟਰੀਜ਼ ਵਿੱਚ ਟਰੈਵਲ ਕਰ ਸਕਦੇ ਹੋ, ਮਗਰ ਆਪਣੇ ਦੇਸ਼ ਤੇ ਨਹੀਂ ਤੁਸੀਂ ਜਾ ਸਕਦੇ, ਉੱਥੇ ਨਹੀਂ ਜਾ ਸਕਦੇ, ਬਾਕੀ ਤੁਸੀਂ ਕਿਤੇ ਹੋਰ ਟਰੈਵਲ ਕਰ ਸਕਦੇ ਹੋ, ਤੇ ਤੁਸੀਂ ਉਸ ਚੀਜ਼ ਦੇ ਲਈ ਅਪਲਾਈ ਜ਼ਰੂਰ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਕਾਲਿੰਗ। ਹੈਲੋ ਹੈਲੋ ਹੈਲੋ, ਆਲਰਾਈਟ, ਕਾਲ ਅਸ ਅਗੇਨ। ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਸੀ, ਜਦ ਤੁਸੀਂ ਕਾਲ ਕਰਦੇ ਹੋ ਪਲੀਜ਼ ਟੀਵੀ ਦੀ ਵੋਲਿਊਮ ਘੱਟ ਕਰਕੇ ਸਾਡੇ ਨਾਲ ਫੋਨ ਤੇ ਗੱਲ ਕਰੋ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਮੈਂ ਸਵਾਲ ਪੁੱਛਣਾ ਸੀਗਾ ਕਿ ਇਮੀਗ੍ਰੇਸ਼ਨ ਬਾਰੇ। ਜੀ ਸਵਾਲ ਪੁੱਛੋ। ਤੇ ਮੈਂ ਇੱਥੇ ਤਕਰੀਬਨ ਹੋ ਗਿਆ 20 ਸਾਲ ਰਹਿੰਦਿਆਂ ਨੂੰ ਜੀ, ਤੇ ਮੇਰੇ ਬੱਚੇ ਸਿਟੀਜ਼ਨ ਆ, ਵਾਈਫ ਸਿਟੀਜ਼ਨ ਆ, ਤੇ ਮੈਂ ਪੋਲੀਟੀਕਲ ਦਾ ਕੇਸ ਕੀਤਾ ਸੀ 1995 ਦੇ ਵਿੱਚ, ਜਿਹਦੇ ਬਾਅਦ ਦੇ ਵਿੱਚ ਡੈਪੂਟੇਸ਼ਨ ਲੱਗ ਗਈ ਸੀਗੀ ਜੀ, ਤੇ ਮੈਨੂੰ ਹੋ ਗਿਆ 20 ਸਾਲ ਇੰਡੀਆ ਗਏ ਨੂੰ। ਜੀ, ਤੇ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਮੇਰਾ I-130 ਵੀ ਅਪਰੂਵ ਹੋ ਗਿਆ, ਤੇ ਮੈਂ ਨਵੇਂ ਲਾਅ ਦੀ ਵੇਟ ਕਰਾਂ ਕਿ ਕੋਈ ਚਾਂਸ ਹੋਰ ਹੈਗਾ ਕਿ ਪ੍ਰੋਵੀਜ਼ਨ ਵੇਵਰ ਦੇ ਵਿੱਚ? okay, so he's saying that he came here 20 years back and he filed for political asylum, but that was denied and he was in deportation in 1995. And his whole family is citizen, his wife is citizen, kids are citizen, his I-130 is approved. He said, what should I do? Should I wait for another new law, or what options do we have? If the I-130 is approved and it's current,
and he's otherwise eligible to adjust, we need to go back and get the deportation case reopened. And ਹੈਲੋ ਹਾਂਜੀ ਹਾਂਜੀ ਉਹ ਜਵਾਬ ਦੇ ਰਹੇ ਨੇ ਮੇਰਾ ਇੱਕ ਲਾਇਰ ਸੀਗਾ ਪਰ ਉਹਨੇ ਪੈਸੇ ਲਏ ਸੀ ਉਹਨੇ ਮੇਰਾ ਕੇਸ ਕੀਤਾ ਸੀਗਾ ਜੀ ਜਦੋਂ ਉਹਨੇ ਮੇਰਾ ਕੇਸ ਕੀਤਾ ਸੀ ਉਹਨੇ ਮੋਸ਼ਨ ਟੂ ਰੀਓਪਨ ਪਾਇਆ ਸੀ ਉਹ ਡਿਨਾਈ ਕਰਤਾ ਸੀ ਉਹਨਾਂ ਨੇ ਪਰ ਜਦੋਂ ਇੱਥੇ ਜਿਹੜੇ ਆਈਸ ਵਾਲੇ ਆ ਨਾ ਫੰਡ ਵਾਲੇ ਉਹਨਾਂ ਦੇ ਕੋਲ ਮੇਰੀ ਵਾਈਫ ਗਈ ਸੀ ਤੇ ਉਹ ਕਹਿੰਦੇ ਕਿ ਅਸੀਂ ਤੈਨੂੰ ਫੜਾਂਗੇ ਨਹੀਂ ਕਿਉਂਕਿ ਤੇਰੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਪਰ ਮੈਨੂੰ ਲਾਈਕ ਕੋਈ ਵਰਕ ਪਰਮਿਟ ਕੋਈ ਚਾਂਸ ਨਹੀਂ ਹੈ ਨਾ ਕਿ ਨਵਾਂ ਲਾ ਦੀ ਵੇਟ ਕਰਾਂ ਜਾਂ ਜਿਹੜਾ ਅਬਾਮੇ ਨੇ ਪ੍ਰੋਵੀਜ਼ਨ ਵੇਵਰ ਕੀਤਾ ਕਿ ਉਹਦੇ ਵਿੱਚ ਮੈਂ ਕਰਾਂ ਕਿਸ ਤਰ੍ਹਾਂ ਮੈਂ ਕਰ ਸਕਦਾ So he's saying the motion to reopen was denied and his wife went to ICE and they say they will not arrest him because he don't have any criminal history. And should he go for provision for waiver or should he wait for the new law? well, he can't go for a provisional waiver with the deportation order. He needs to get the deportation case reopened. And the fact that a motion was denied does not mean that a better prepared or a fuller prepared motion would be approved. Many times in our office, we have seen people come in a similar circumstance. Their request to have the deportation case reopened was denied once, denied twice. When we did it, it was approved. Now, that's not a guarantee that it would be approved by everybody. But the fact that a motion was denied one time does not mean that it's impossible to get the case reopened. If he cannot get the deportation case reopened, correct, he can't do anything else until there's a chance that the laws change. Will immigration deport him? Probably not. He's a low priority. We talked about these priorities before. But he may want to have a second opinion on whether or not he can get that reopened. There's no criminal history, USC spouse, he falls squarely within the guidelines of what are called joint motion to reopen. And particularly recently, ICE, even in New York, New Jersey, have been very reasonable on reopening those cases so that people can then proceed to get their green card. ਤੇ ਮੈਨੂੰ ਇਹਨਾਂ ਦੀ ਲਾਅ ਫਰਮ ਦੀ ਹੈਲਪ ਮਿਲ ਸਕਦੀ ਹੈ ਲਾਈਕ ਜੇ ਮੈਂ ਕਰਨਾ ਹੋਵੇ ਜਾਂ So he's asking, can he come to your law firm? Yeah, of course. ਬਿਕੋਜ਼ ਮੈਂ ਪਹਿਲਾਂ ਵੀ ਇਹਨਾਂ ਨਾਲ 4 ਸਾਲ ਪਹਿਲਾਂ ਵੀ come in with your whole file. ਸੀ ਆਪਣੇ ਕੇਸ ਤੇ ਪਰ ਹੁਣ ਮੇਰਾ ਕੇਸ ਥੋੜਾ ਜਿਹਾ ਡਿਫਰੈਂਟ ਹੈ ਕਿਉਂਕਿ I-130 ਮੇਰਾ ਅਪਰੂਵ ਹੋ ਚੁੱਕਾ ਹੈ ਤੇ ਮੇਰੇ ਕੋਲ ਜਿਹੜੇ ਉਹ ਫੀਸ ਮੰਗਦੇ ਆ ਦੂਜੇ ਨੈਸ਼ਨਲ ਵੀਜ਼ਾ ਸੈਂਟਰ ਵਾਲੇ ਕਿ ਜੇ ਤੁਸੀਂ ਇੰਡੀਆ ਤੋਂ ਵੀਜ਼ਾ ਲੈਣਾ ਹੈ ਤਾਂ ਫੀਸ ਜਮ੍ਹਾਂ Yeah, forget the National Visa Center. I got that. Okay. Yeah, let him come in with the file, the motion, the denial, and we'll give him a consultation. We'll go from there. ਤੇ ਉਹ ਕਹਿ ਰਹੇ ਨੇ ਕਿ ਬਿਲਕੁਲ ਉਹ ਤੁਹਾਡਾ ਕੇਸ ਹੈਂਡਲ ਕਰਨ ਲਈ ਤਿਆਰ ਨੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਆਫਿਸ 'ਚ ਕੰਟੈਕਟ ਕਰ ਸਕਦੇ ਹੋ ਐਂਡ ਤੁਸੀਂ ਨੈਸ਼ਨਲ ਵੀਜ਼ਾ ਸੈਂਟਰ ਦੇ ਹਵਾਲੇ ਹਲੇ ਨਾ ਜਾਓ ਤੁਹਾਡੇ ਲਈ ਬੈਟਰ ਇਹੀ ਹੋਏਗਾ ਕਿ ਤੁਸੀਂ ਇੱਕ ਵਾਰੀ ਦੁਬਾਰਾ ਮੋਸ਼ਨ ਟੂ ਰੀਓਪਨ ਲਈ ਕਰੋ ਇਹ ਫਰਕ ਨਹੀਂ ਪੈਂਦਾ ਕਿ ਇੱਕ ਵਾਰੀ ਡਿਨਾਈ ਹੋ ਗਿਆ ਤੁਸੀਂ ਦੁਬਾਰਾ ਵੀ ਅਪਲਾਈ ਕਰ ਸਕਦੇ ਹੋ ਐਂਡ ਕਈ ਵਾਰੀ ਇਦਾਂ ਹੁੰਦਾ ਹੈ ਕਿ ਜੇ ਤੁਸੀਂ ਇੱਕ ਦੋ ਵਾਰੀ ਅਪਲਾਈ ਕੀਤਾ ਤੀਜੀ ਵਾਰੀ ਵਿੱਚ ਵੀ ਉਹ ਮੰਨ ਜਾਂਦੇ ਨੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰੀਕੇ ਨਾਲ ਡਾਕੂਮੈਂਟੇਸ਼ਨ ਤਿਆਰ ਕਰਦੇ ਹੋ ਤੇ ਬਿਲਕੁਲ ਤੁਸੀਂ ਲਾਸਟ ਹੈ ਨਾ ਸਵਾਲ ਲਾਈਕ ਜੇ ਜਿੱਦਾਂ ਪ੍ਰੋਵੀਜ਼ਨਲ ਵੇਵਰ ਦੇ ਵਿੱਚ ਮੈਨੂੰ ਵੀਜ਼ਾ ਇੰਡੀਆ ਤੋਂ ਮਿਲੂਗਾ ਜਾਂ ਇੱਥੇ ਮਿਲੂਗਾ ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ ਰਹਿੰਦੇ ਨੂੰ My Punjabi must be getting pretty good. To do the provisional waiver, he has to get the deportation. He can't do it with a deportation order. So he's got, if he wants to process abroad and he leaves, he's going to have to do the unlawful presence waiver abroad and possibly the deportation waiver. He's got to get the deportation case reopened unless the laws change. ਤੇ ਕਹਿ ਰਹੇ ਨੇ ਕਿ ਇਨ ਐਨੀ ਕੇਸ ਤੁਹਾਨੂੰ ਆਪਣਾ ਡਿਪੋਰਟੇਸ਼ਨ ਕੇਸ ਰੀਓਪਨ ਕਰਵਾਉਣਾ ਹੀ ਪਏਗਾ ਭਾਵੇਂ ਕੁਝ ਵੀ ਹੋ ਜਾਏ ਜਦ ਤੱਕ ਕਿ ਲਾਅ ਚੇਂਜ ਨਹੀਂ ਹੁੰਦੇ ਤਾਂ ਬੈਟਰ ਇਹੀ ਹੋਏਗਾ ਕਿ ਤੁਸੀਂ ਦੁਬਾਰਾ ਇਸ ਕੇਸ ਤੁਹਾਡਾ ਜਿਹੜਾ ਡਿਪੋਰਟੇਸ਼ਨ ਕੇਸ ਸੀ ਉਹਨੂੰ ਰੀਓਪਨ ਕਰਵਾਉਣ ਦੀ ਕੋਸ਼ਿਸ਼ ਕਰੋ ਮਗਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਕਾਲਸ ਲਈਏ ਤੁਸੀਂ ਜ਼ਰੂਰ ਇਹਨਾਂ ਦੇ ਆਫਿਸ ਨੰਬਰ 'ਚ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਡੀ ਟੀਵੀ ਸਕਰੀਨ 'ਤੇ ਨੇ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਦੀ ਲਾਅ ਫਰਮ ਦੇ ਵਿੱਚ ਪੰਜਾਬੀ ਵੀ ਬੋਲੀ ਜਾਂਦੀ ਹੈ ਹਿੰਦੀ ਵੀ ਬੋਲਦੇ ਨੇ ਅਤੇ ਨਾਲ ਦੇ ਨਾਲ ਉਰਦੂ ਐਂਡ ਅਦਰ ਲੈਂਗੁਏਜਸ ਐਜ਼ ਵੈਲ ਬਟ ਤੁਸੀਂ ਜ਼ਰੂਰ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਆਪਣੇ ਕੇਸਿਸ ਜਿਹੜੇ ਨੇ ਉਹ ਡਿਸਕਸ ਕਰ ਸਕਦੇ ਹੋ ਐਂਡ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੰਪਲੀਕੇਟਡ ਇਮੀਗ੍ਰੇਸ਼ਨ ਕੇਸਿਸ ਵਿੱਚ ਇਹਨਾਂ ਦੀ ਮਾਹਿਰ ਵੀ ਹੈ but फिलहाल समय की ऐसी इजाज़त लइए so thank you so much for coming to the studio and letting us know so much. Thank you, Bhupinder. Very good questions tonight too. Yes, very thank good. you. It was a good evening. Thank you so much for coming here. We appreciate your coming here. And thanks a lot for watching us. Keep watching Just Punjabi and sanu do ijazat. Fir milange. Sat Shri Akal.